डॉक्टर स्पीक्स ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਕੱਲ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੀ ਸਿਹਤ ਦਾ ਖਿਆਲ ਹੀ ਨਹੀਂ ਰੱਖ ਪਾਉਂਦੇ ਤੇ ਆਧੁਨਿਕ ਜੀਵਨ ਸ਼ੈਲੀ ਦੇ ਚਲਦਿਆਂ ਅਕਸਰ ਹੀ ਗੰਭੀਰ ਬਿਮਾਰੀਆਂ ਦੀ ਲਪੇਟ ਦੇ ਵਿੱਚ ਆ ਜਾਂਦੇ ਹਾਂ ਤੇ ਇਹਨਾਂ ਦੇ ਵਿੱਚੋਂ ਇੱਕ ਬਿਮਾਰੀ ਹੈ ਆਰਥਰਾਈਟਿਸ। ਅਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਰਥਰਾਈਟਿਸ ਯਾਨੀ ਕਿ ਜੋੜਾਂ ਦੇ ਦਰਦ ਦੀ ਸਮੱਸਿਆ ਆਖਿਰ ਹੈ ਕੀ। इस वेले साडे नाल विस्तार दे नाल चर्चा दे लई जुड़ चुके ने IVY हस्पताल मोहाली तो डॉक्टर विकास मेहरा, अमृतसर के अमनदीप हॉस्पिटल तो डॉक्टर अवतार सिंह अते एपिक्स हस्पताल जलंधर तो डॉक्टर संजीव गोयल। ते सब तो पहला मेरा सवाल तुहाडे कोलों ही डॉक्टर संजीव, आखिर आर्थराइटिस या फिर जोड़ां दा दर्द दा मुख कारण की है? आर्थराइटिस किसी भी जोड़ां दी बीमारी या दर्द नूं कहंदे हैगे हैं। ਇਹਦੇ ਕਈ ਕਾਰਨ ਹੋ ਸਕਦੇ हैं पर सब तो कॉमन ਜਿਹੜਾ ਆਰਥਰਾਈਟਿਸ ਹੈ ਉਹ ਆਸਟੀਓਆਰਥਰਾਈਟਿਸ ਹੈ ਜਿਹੜਾ ਕਿ ਉਮਰ ਵਧਣ ਦੇ ਨਾਲ ਹੁੰਦਾ ਹੈ। ਦੂਜੀ ਤਰ੍ਹਾਂ ਦਾ ਆਰਥਰਾਈਟਿਸ ਹੁੰਦਾ ਹੈ ਰੂਮੇਟਾਇਡ ਆਰਥਰਾਈਟਿਸ ਜਿਹੜਾ ਕਿ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਇਸ ਤੋਂ ਇਲਾਵਾ ਜਿਹੜਾ ਆਰਥਰਾਈਟਿਸ ਹੈ ਇਨਫੈਕਸ਼ਨ ਦੇ ਬਾਅਦ ਹੋ ਸਕਦਾ ਹੈ, ਸੱਟ ਲੱਗਣ ਤੋਂ ਬਾਅਦ ਹੋ ਸਕਦਾ ਹੈ ਤੇ ਹਰ ਇੱਕ ਤਰ੍ਹਾਂ ਦੇ ਆਰਥਰਾਈਟਿਸ ਦਾ ਇਲਾਜ ਅਲੱਗ ਹੈਗਾ ਤੇ ਇਸੇ ਵਾਸਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਮਰੀਜ਼ ਨੂੰ ਕਿਸ ਤਰ੍ਹਾਂ ਦਾ ਆਰਥਰਾਈਟਿਸ ਹੈਗਾ ਤਾਂ ਕਿ ਉਹਦਾ ਇਲਾਜ ਆਪਾਂ ਪ੍ਰੋਪਰ ਕਰ ਸਕੀਏ। ਤੇ ਡਾਕਟਰ ਅਵਤਾਰ ਜੀ ਤੁਸੀਂ ਦੱਸੋ ਕਿ ਅੱਜ ਕੱਲ यूथ ਦੇ ਵਿੱਚ ਵੀ ਜੋੜਾਂ ਦੀ ਦਰਦ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਕਿਉਂਕਿ ਪਹਿਲਾਂ ਅਕਸਰ ਹੀ ਬਜ਼ੁਰਗਾਂ ਨੂੰ ਇਹ ਦਰਦ ਦੀ ਸਮੱਸਿਆ ਦੇ ਨਾਲ ਜੂਝਣਾ ਪੈਂਦਾ ਸੀ। ਸੋ ਇਹ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਗੋਡਿਆਂ ਦੇ ਵਿੱਚ ਜੋ ਦਰਦ ਹੈ ਉਸਦਾ ਜੋ ਕਾਰਨ ਹੈ ਆਰਥਰਾਈਟਿਸ ਹੈ ਜਾਂ ਕੁਝ ਹੋਰ? ਦੇਖੋ ਜਿਹੜਾ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਬੇਸਿਕਲੀ ਉਹ ਆਰਥਰਾਈਟਿਸ ਹੀ ਹੁੰਦਾ ਬਟ ਡਾਕਟਰ ਦਾ ਕੰਮ ਇਹ ਹੈ ਕਿ ਉਹ ਆਰਥਰਾਈਟਿਸ ਦੀ ਵਜ੍ਹਾ ਜਿਹੜੀ ਹੈ ਉਹਨੂੰ ਲੱਭਣਾ ਵੀ ਇਹ ਕਿਹੜੀ ਬਿਮਾਰੀ ਕਰਕੇ ਜੋੜ ਦੇ ਵਿੱਚ ਦਰਦ ਹੋ ਰਹੀ ਹੈ। ਜਿਹੜੇ ਯੰਗਰ ਜਨਰੇਸ਼ਨ ਹੈ ਜਵਾਨ ਲੋਕ ਨੇ ਜੇ ਉਹਨਾਂ ਦੇ ਜੋੜਾਂ ਦੇ ਵਿੱਚ ਦਰਦ ਹੋ ਰਹੀ ਹੈ ਨਾ ਉਹਦਾ ਜ਼ਿਆਦਾ ਕਾਰਨ ਜਿਹੜਾ ਹੁੰਦਾ ਹੈ ਉਹ ਇਨਫਲਾਮੇਟਰੀ ਆਰਥਰਾਈਟਿਸ ਜਿਹਨੂੰ ਅਸੀਂ ਗੰਠੀਆ ਕਹਿ ਸਕਦੇ ਹਾਂ ਜਾਂ ਰੂਮੇਟੋਇਡ ਕਹਿ ਸਕਦੇ ਹਾਂ। ਇੱਕ ਹੋਰ ਬਿਮਾਰੀ ਹੁੰਦੀ ਹੈ ਜਿਹਨੂੰ ਐਨਕਾਲੋਜ਼ਿੰਗ ਸਪੌਂਡੀਲਾਈਟਿਸ ਕਹਿੰਦੇ, ਇਹ ਵੀ ਯੰਗ ਬੰਦਿਆਂ ਦੀ ਬਿਮਾਰੀ ਹੁੰਦੀ ਹੈ। ਇਸ ਤੋਂ ਇਲਾਵਾ ਜੇ ਕਿਸੇ ਨੂੰ ਬੁਖਾਰ ਚੜ੍ਹ ਗਿਆ ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਹੋ ਗਈਆਂ ਵਗੈਰਾ ਵਗੈਰਾ, ਇਸ ਤਰ੍ਹਾਂ ਬਹੁਤ ਸਾਰੇ ਕਾਰਨ ਹੁੰਦੇ ਨੇ। ਜਾਂ ਕਿਸੇ ਐਥਲੀਟ ਨੂੰ ਸੱਟ ਲੱਗ ਗਈ, ਉਹਦੀ ਲਿਗਾਮੈਂਟ ਇੰਜਰ ਹੋ ਗਈ ਤਾਂ ਵੀ ਜੋੜ ਦੀਆਂ ਦਰਦਾਂ ਸ਼ੁਰੂ ਹੋ ਜਾਂਦੀਆਂ। ਔਰ ਇਹਦਾ ਡਾਇਗਨੋਸਿਸ ਕਰਨਾ ਕੋਈ ਮੁਸ਼ਕਿਲ ਨਹੀਂ ਹੁੰਦਾ। ਸਿੰਪਲ ਬਲੱਡ ਦੇ ਟੈਸਟ ਹੁੰਦੇ ਨੇ, ਹੀਮੋਗਲੋਬਿਨ, ESR, RA ਫੈਕਟਰ, ਯੂਰਿਕ ਐਸਿਡ, 4-5 ਸਿੰਪਲ ਟੈਸਟ ਹੁੰਦੇ। ਔਰ ਇਸ ਤੋਂ ਇਲਾਵਾ ਜੇ ਤੁਸੀਂ ਐਥਲੀਟ ਹੋ, ਖੇਡਦਿਆਂ ਸੱਟ ਲੱਗ ਗਈ ਆ ਤਾਂ ਇੱਕ MRI ਹੁੰਦੀ ਹੈ ਜਿਹੜੀ ਕਰਨ ਤੋਂ ਬਾਅਦ ਸਾਨੂੰ ਆਰਥਰਾਈਟਿਸ ਦਾ ਕਾਰਨ ਜਿਹੜਾ ਯੰਗ ਜਨਰੇਸ਼ਨ ਦੇ ਵਿੱਚੋਂ ਪਤਾ ਲੱਗ ਸਕਦਾ। ਤੇ ਡਾਕਟਰ ਅਵਤਾਰ ਕੀ ਆਰਥਰਾਈਟਿਸ ਦੇ ਕਰਕੇ ਜੋੜਾਂ ਦੇ ਵਿੱਚ ਹੋਣ ਵਾਲਾ ਦਰਦ ਕਿਸੇ ਖਾਸ ਐਕਟੀਵਿਟੀ ਦੇ ਨਾਲ ਵੱਧ ਵੀ ਸਕਦਾ ਹੈ? ਜਿਹੜਾ ਏਜ ਰਿਲੇਟਡ ਆਰਥਰਾਈਟਿਸ ਹੈ ਜਿਹਨੂੰ ਆਸਟੀਓਆਰਥਰਾਈਟਿਸ ਕਿਹਾ ਜਾਂਦਾ ਉਹ ਬੇਸਿਕਲੀ ਏਜ ਰਿਲੇਟਡ ਹੁੰਦਾ ਪਰ ਕਈ ਵਾਰੀ ਕਈ ਐਕਟੀਵਿਟੀਜ਼ ਜਿਹੜੀਆਂ ਅਸੀਂ ਬਾਰ-ਬਾਰ ਕਰੀਏ, ਜਿਸ ਤਰ੍ਹਾਂ ਤੁਸੀਂ ਪਲੇਅਰਸ ਦੀ ਗੱਲ ਕਰ ਲਓ ਜਾਂ ਰੈਸਲਰਸ ਦੀ ਗੱਲ ਕਰ ਲਓ ਜਿਨ੍ਹਾਂ ਨੂੰ ਬਾਰ-ਬਾਰ ਸਕੁਐਟਿੰਗ ਕਰਨੀ ਪੈਂਦੀ ਆ, ਬੈਠਕਾਂ ਲਾਉਣੀਆਂ ਪੈਂਦੀਆਂ ਨੇ, ਜਾਂ ਜਿਹੜੇ ਲੇਬਰ ਕਲਾਸ ਹੈਗੀ ਜਾਂ ਫਾਰਮਰਸ ਨੇ ਜਿਨ੍ਹਾਂ ਨੂੰ ਉੱਠਕ ਬੈਠਕ ਜ਼ਿਆਦਾ ਕਰਨੀ ਪੈਂਦੀ ਹੈ। ਜਾਂ ਇਹ ਵੀ ਦੇਖਿਆ ਗਿਆ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਚੌਂਕੜੀ ਮਾਰ ਕੇ ਬੈਠਦੇ ਨੇ, ਯੋਗਾ ਕਰਦੇ ਨੇ ਜ਼ਿਆਦਾ, ਉਹਨਾਂ ਦੇ ਗੋਡਿਆਂ ਦੇ ਵਿੱਚ ਜਿਹੜਾ ਆਰਥਰਾਈਟਿਸ ਜਿਹੜਾ ਹੈ ਉਹਨਾਂ ਦੀ ਮਾਤਰਾ ਦੂਜੇ ਆਮ ਆਪਣੀ ਪੋਪੂਲੇਸ਼ਨ ਨਾਲੋਂ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਤੇ ਡਾਕਟਰ ਵਿਕਾਸ ਮਹਿਰਾ ਤੁਸੀਂ ਸਾਨੂੰ ਦੱਸੋ ਕਿ ਕੀ ਆਰਥਰਾਈਟਿਸ ਹੈਰੀਡੇਟਰੀ ਵੀ ਹੋ ਸਕਦਾ ਹੈ? ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਹੀ ਕਿਸੇ ਨੂੰ ਆਰਥਰਾਈਟਿਸ ਹੈ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ? ਇਹ ਜਿਹੜਾ ਤੁਸੀਂ ਸਵਾਲ ਪੁੱਛਿਆ ਮੇਰੇ ਤੋਂ ਆਮ ਤੌਰ 'ਤੇ ਹਰ ਦੂਜਾ ਤੀਜਾ ਮਰੀਜ਼ ਪੁੱਛਦਾ ਹੈ ਜਿਹੜਾ ਵੀ ਆਰਥਰਾਈਟਿਸ ਨਾਲ ਆਉਂਦਾ ਕਿ ਡਾਕਟਰ ਸਾਹਿਬ ਮੇਰੇ ਬੱਚਿਆਂ ਨੂੰ ਤਾਂ ਨਹੀਂ ਹੋ ਜਾਏਗਾ ਜਾਂ ਮੇਰੀ ਮਾਂ ਨੂੰ ਸੀ ਇਸ ਵਾਸਤੇ ਤਾਂ ਨਹੀਂ ਹੋਇਆ। ਤੇ ਮੈਡੀਕਲ ਬੜੀ ਇੱਥੇ ਰਿਸਰਚ ਚੱਲਦੀ ਪਈ ਹੈ ਪਰ ਇਹ ਜ਼ਰੂਰ ਦੇਖਿਆ ਗਿਆ ਹੈ ਕਿ ਜਿਹੜੀ ਆਸਟੀਓਆਰਥਰਾਈਟਿਸ ਹੈ ਖਾਸ ਕਰ ਉਹਦੇ ਵਿੱਚ ਥੋੜ੍ਹਾ ਜਿਹਾ ਇਨਹੈਰੀਟੈਂਸ ਦਾ ਰੋਲ ਹੈਗਾ। ਮਤਲਬ ਅਗਰ ਤੁਹਾਡੇ ਘਰ 'ਚ ਕਿਸੇ ਨੂੰ ਹੈ ਤਾਂ ਤੁਹਾਨੂੰ ਹੋਣ ਦੇ ਚਾਂਸਿਸ ਥੋੜ੍ਹੇ ਜ਼ਿਆਦਾ ਹੈ। ਪਰ ਤੁਸੀਂ ਅਗਰ ਮੇਰਾ ਐਕਸਪੀਰੀਅੰਸ ਪੁੱਛੋ 25 ਸਾਲ ਦਾ, ਮੈਂ ਐਸੀ ਚੀਜ਼ ਨਹੀਂ ਦੇਖੀ। ਹਾਲਾਂਕਿ ਕਿਤਾਬਾਂ ਵਿੱਚ ਲਿਖਿਆ ਹੈ ਕਿ ਅਗਰ ਮਾਂ ਨੂੰ ਆਰਥਰਾਈਟਿਸ ਹੈਗੀ ਤਾਂ ਅਗਰ ਕੁੜੀ ਨੂੰ ਆਰਥਰਾਈਟਿਸ ਹੋਣ ਦੇ ਚਾਂਸ ਕਾਫੀ ਜ਼ਿਆਦਾ ਨੇ। ਪਰ ਅਗਰ ਤੁਸੀਂ ਜਨਰਲੀ ਬਰੋਡਰ ਵੇਜ ਦੇਖਿਆ ਜਾਏ, ਕਾਫੀ ਆਪਣੇ ਐਕਸਪੀਰੀਅੰਸ ਨਾਲ ਦੇਖਿਆ ਜਾਏ तो यह गल बिल्कुल गलत है कि इनहेरिटेंस नाल आर्थराइटिस होती है। हालांकि किताबों में लिखा हुआ है कि आर्थराइटिस के इलाज के लिए कई विकल्प ने, कई ऑप्शन ने, जिवें दवाइयां, गोडियां दे विच लगन वाले इंजैक्शन या फिर लुब्रीकेंट जो कि लोगों को मिसलीड भी करते हैं। इस बारे तुहाडी की राय है? देखो मेरे हिसाब नाल अगर मैं किसी मंत्रालय च होवां तो मेरा इन्होंने हिदायत होएगी कि इस तरह की एडवरटाइजमेंट बिल्कुल बंद कर दें। ਵੱਡੇ एक्टर्स ਨੂੰ बुला के एडवरटाइजमेंट देंदे ने कि यह तेल लगाओ ठीक हो जाओगे, या बिल्कुल लोगों को गलत गाइड कर रहे हैं। और सरकार को इस पर बड़ा कड़ा एक्शन लेना चाहिए कि इस तरह की गल ना दसन। जिथे तक इलाज का सवाल है डिपेंड करता है किहड़ी स्टेज ते। अगर शुरुआत है तो तुहाडी लाइफस्टाइल मॉडिफिकेशन जो मैं तुहानूं पहले दस्या, दूसरा चंगी दवाइयां लेकिन बहुत स्ट्रोंग दवाइयां नहीं, जे दवाइयां जिहदा साइड इफेक्ट ना होए
ਕੁਝ ਕੌਂਡਰੋਪ੍ਰੋਟੈਕਟਿਵ ਡਰੱਗਸ ਜਿਨ੍ਹਾਂ ਨਾਲ ਕਾਰਟਿਲੇਜ ਖਰਾਬ ਹੋਣਾ ਥੋੜ੍ਹਾ ਰੁਕ ਜਾਂਦਾ ਹੈ ਜਾਂ ਲੋਕ ਕਹਿੰਦੇ ਨੇ ਫਰਕ ਪੈਂਦਾ ਹੈ, ਉਹ ਦਵਾਈਆਂ ਵੀ ਆ ਗਈਆਂ। ਗੋਡੇ ਵਿੱਚ ਵੀ ਕਦੀ ਕਦੀ ਇੰਜੈਕਸ਼ਨ ਵੀ ਲਾਣੇ ਪੈਂਦੇ ਨੇ। ਤੇ ਹਰ ਆਰਥਰਾਈਟਿਸ ਨੂੰ ਅਲੱਗ-ਅਲੱਗ ਤਰੀਕੇ ਨਾਲ ਡਿਪੈਂਡਿੰਗ ਔਨ ਦ ਸਟੇਜ ਟ੍ਰੀਟ ਕੀਤਾ ਜਾਂਦਾ ਹੈ। ਤੇ ਡਾਕਟਰ ਵਿਕਾਸ, ਕੀ ਆਰਥਰਾਈਟਿਸ ਦਾ ਕੋਈ ਸਥਾਈ ਜਾਂ ਫਿਰ ਪਰਮਾਨੈਂਟ ਇਲਾਜ ਵੀ ਹੁੰਦਾ ਹੈ? ਜਿਹੜਾ ਪਰਮਾਨੈਂਟ ਇਲਾਜ ਮੈਂ ਤੁਹਾਨੂੰ ਦੱਸਿਆ ਕਿ ਆਮ ਤੌਰ ਤੇ ਕੁਝ ਆਰਥਰਾਈਟਿਸ ਹੈਗੀਆਂ, ਜਿਸ ਤਰ੍ਹਾਂ ਕਿ ਰਿਐਕਟਿਵ ਆਰਥਰਾਈਟਿਸ ਹੈ ਜਿਹੜੀ ਬੜੀ ਥੋੜੇ ਦੇਰ ਵਾਸਤੇ ਹੁੰਦੀ ਹੈ, ਉਹ ਠੀਕ ਹੋ ਜਾਂਦੀ ਹੈ। ਬਾਕੀ ਆਰਥਰਾਈਟਿਸ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਜੀ ਸਕਦੇ ਹੋ। ਤੇ ਹੁਣ ਡਾਕਟਰ ਸੰਜੀਵ ਗੋਇਲ, ਮੇਰਾ ਅਗਲਾ ਸਵਾਲ ਤੁਹਾਡੇ ਕੋਲੋਂ ਕਿ ਟੋਟਲ ਨੀ ਰਿਪਲੇਸਮੈਂਟ ਕਿਸ ਨੂੰ ਤੇ ਕਦੋਂ ਕਰਾਉਣੀ ਚਾਹੀਦੀ ਹੈ? ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਬਜ਼ੁਰਗ ਦਾ ਹੀ ਗੋਡਾ ਬਦਲੀਏ ਜਿਹੜੇ ਕਿ 55-60 ਸਾਲ ਤੋਂ ਉੱਪਰ ਹੋਣ। ਤੇ ਗੋਡਾ ਬਦਲਣ ਵਾਸਤੇ ਜਿਹੜਾ ਕਾਰਟਿਲੇਜ ਹੈ ਉਹ ਬਿਲਕੁਲ ਖਰਾਬ ਹੋਣਾ ਚਾਹੀਦਾ, ਜਿਹਨੂੰ ਕਿ ਆਪਾਂ ਸਟੇਜ 4 ਕਹਿੰਦੇ ਹਾਂ। ਇਹਦੇ ਹਰੇਕ ਆਰਥਰਾਈਟਿਸ ਦੇ 4 ਸਟੇजेस ਹੁੰਦੀਆਂ, ਪਹਿਲੀ, ਦੂਜੀ, ਤੀਜੀ, ਚੌਥੀ। ਅਗਰ ਚੌਥੀ ਮਰੀਜ਼ ਸਟੇਜ ਤੱਕ ਮਰੀਜ਼ ਪਹੁੰਚ ਜਾਏ ਤੇ ਫਿਰ ਉਹਦਾ ਜੋੜ ਬਦਲਣਾ ਚਾਹੀਦਾ। ਬਾਕੀ ਅਗਰ ਮਰੀਜ਼ ਦੇ ਸਿੰਪਟਮਸ ਦੇਖੀਏ, ਕੋਈ ਵੀ ਮਰੀਜ਼ ਅਗਰ ਕਿਸੇ ਨੂੰ ਹੈਲਪ ਲੈਣੀ ਪਏ ਤੁਰਨ ਵੇਲੇ, ਉਹਨੂੰ ਇਤਨਾ ਜ਼ਿਆਦਾ ਦਰਦ ਹੋਏ ਕਿ ਬਿਲਕੁਲ ਨਾ ਚੱਲ ਪਾਏ, ਹੋਰ ਉਹਨੂੰ ਚਲਦੇ ਚਲਦੇ ਉਹਦਾ ਬੈਲੈਂਸ ਲੂਜ਼ ਹੋ ਜਾਏ, ਤੇ ਉਹਨੂੰ ਹਮੇਸ਼ਾ ਦਵਾਈਆਂ ਦੇ ਸਾਰੇ ਜੀਣਾ ਪਏ, ਤੇ ਇਦਾਂ ਦੇ ਮਰੀਜ਼ਾਂ ਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ, ਉਹਨੂੰ ਜੋੜ ਬਦਲਣ ਬਾਰੇ ਜਾਣਕਾਰੀ ਲੈਣੀ ਚਾਹੀਦੀ ਤੇ ਆਪਣਾ ਇਲਾਜ ਕਰਾਉਣਾ ਚਾਹੀਦਾ। ਤੇ ਡਾਕਟਰ ਅਵਤਾਰ ਜੀ, ਤੁਸੀਂ ਦੱਸੋ ਕਿ ਗੋਡਿਆਂ ਨੂੰ ਬਦਲਵਾਉਣ ਦੀ ਸਰਜਰੀ ਕਿੰਨੀ ਕੁ ਸੁਰੱਖਿਅਤ ਹੁੰਦੀ ਹੈ? ਗੋਡਿਆਂ ਨੂੰ ਬਦਲਾਉਣ ਦੀ ਜਿਹੜੀ ਸਰਜਰੀ ਹੈ ਨਾ ਜੀ, ਇਹ ਦੁਨੀਆ ਦਾ ਸਭ ਤੋਂ ਸਕਸੈਸਫੁਲ ਆਪਰੇਸ਼ਨ ਹੈ ਪਿਛਲੇ 2-3 ਦਹਾਕਿਆਂ ਤੋਂ। ਗੋਡੇ ਬਦਲਾਉਣ ਦੇ ਆਪਰੇਸ਼ਨ ਜਿਹੜੇ ਸੀ ਉਹ ਤਕਰੀਬਨ 1970-80 ਤੋਂ ਚੱਲ ਰਹੇ ਨੇ, ਔਰ ਹੁਣ ਤੱਕ ਦੀ ਜਿਹੜੀ ਰਿਸਰਚ ਹੋ ਚੁੱਕੀ ਹੈ ਉਹਦੇ ਤੋਂ ਇਹ ਪਾਇਆ ਗਿਆ ਕਿ ਸਾਰੇ ਆਪਰੇਸ਼ਨਾਂ ਤੋਂ ਜ਼ਿਆਦਾ ਕਾਮਯਾਬ ਜਿਹੜਾ ਗੋਡਿਆਂ ਦਾ ਆਪਰੇਸ਼ਨ ਹੈ। ਇਸ ਆਪਰੇਸ਼ਨ ਦੇ ਦੌਰਾਨ ਮਰੀਜ਼ ਨੂੰ ਜੇ ਕੋਈ ਖਤਰਾ ਹੋ ਸਕਦਾ ਤੇ ਉਹ ਸਿਰਫ ਹੈਗਾ ਕਿ 200 ਪਿੱਛੇ ਜਾਂ 300 ਪਿੱਛੇ ਇੱਕ ਅੱਧੇ ਮਰੀਜ਼ ਦੇ ਗੋਡੇ ਦੇ ਵਿੱਚ ਪੱਸ ਪੈ ਜਾਂਦੀ ਹੈ, ਜਾਂ ਕਈ ਵਾਰੀ ਲੱਤਾਂ ਦੀਆਂ ਨਾੜਾਂ ਦੇ ਵਿੱਚ ਖੂਨ ਜਾਮ ਹੋ ਜਾਂਦਾ, ਜਿਹਨੂੰ ਡੀਪ ਵੇਨ ਥ੍ਰੰਬੋਸਿਸ ਕਿਹਾ ਜਾਂਦਾ। ਇਹ ਦੋਵੇਂ ਕੰਪਲਿਕੇਸ਼ਨ ਜਿਹੜੀਆਂ ਨੇ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦੀਆਂ, ਮੇਬੀ 1 in 300, ਐਂਡ ਇਹ ਵੀ ਕੰਪਲਿਕੇਸ਼ਨਸ ਜਿਹੜੀਆਂ ਨੇ ਇਹ ਟ੍ਰੀਟੇਬਲ ਨੇ, ਇਹਨਾਂ ਦਾ ਇਲਾਜ ਬੜੇ ਆਰਾਮ ਦੇ ਨਾਲ ਹੋ ਜਾਂਦਾ। ਸੋ ਗੋਡਿਆਂ ਦੇ ਜੋੜ ਜਿਹੜੇ ਬਦਲਨੇ ਉਹ ਬਹੁਤ ਸੇਫ ਆਪਰੇਸ਼ਨ ਹੈ। ਤੇ ਡਾਕਟਰ ਵਿਕਾਸ, ਮੇਰਾ ਅਗਲਾ ਸਵਾਲ ਤੁਹਾਡੇ ਕੋਲੋਂ ਹੈ। ਤੁਸੀਂ ਸਾਨੂੰ ਇਹ ਦੱਸੋ ਕਿ ਨੀ ਰਿਪਲੇਸਮੈਂਟ ਸਰਜਰੀ ਦੇ ਵਿੱਚ ਕਿੰਨਾ ਕੁ ਵਕਤ ਲੱਗਦਾ ਹੈ ਤੇ ਇਸ ਨੂੰ ਕਿਸ ਤਰ੍ਹਾਂ ਪਰਫਾਰਮ ਕੀਤਾ ਜਾਂਦਾ ਹੈ? ਅਸੀਂ ਇਹਨੂੰ ਇੱਕ ਰੀੜ੍ਹ ਦੀ ਹੱਡੀ 'ਚ ਆਮ ਤੌਰ ਤੇ 99% ਮਰੀਜ਼ਾਂ ਵਿੱਚ ਰੀੜ੍ਹ ਦੀ ਹੱਡੀ 'ਚ ਇੱਕ ਟੀਕਾ ਲਾਉਂਦੇ ਹਾਂ ਜਿਹਦੇ ਨਾਲ ਟੰਗਾਂ ਸੁੰਨ ਹੋ ਜਾਂਦੀਆਂ, ਤੇ ਆਪਰੇਸ਼ਨ ਕਰਨ ਨੂੰ 40 ਤੋਂ 45 ਮਿੰਟ ਲੱਗਦੇ ਨੇ, ਤੇ ਬਹੁਤ ਸੇਫ ਸਰਜਰੀ ਹੈ। ਤੇ ਅਗਲੇ ਦਿਨ ਹੀ ਮਰੀਜ਼ ਨੂੰ ਖੜਾ ਕਰ ਦਿੰਦੇ ਆ, ਤੇ ਉਸ ਤੋਂ ਅਗਲੇ ਦਿਨ ਮਰੀਜ਼ ਆਰਾਮ ਨਾਲ ਟੱਟੀ ਪਿਸ਼ਾਬ ਚੱਲ ਜਾਂਦਾ ਹੈ, ਤੇ ਤੀਜੇ ਦਿਨ ਮਰੀਜ਼ ਨੂੰ ਅੱਜਕੱਲ੍ਹ ਛੁੱਟੀ ਕਰ ਦਿੰਦੇ ਆ ਤੇ ਉਹ ਘਰ ਬੜੇ ਆਰਾਮ ਨਾਲ ਚੱਲ ਜਾਂਦਾ ਹੈ। ਤੇ ਜਦੋਂ ਅਸੀਂ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਕਰਨੇ ਆ, ਉਹ ਆਪਣੇ ਆਪ ਬਾਥਰੂਮ ਜਾਣ ਦੇ ਕਾਬਿਲ ਹੁੰਦਾ ਹੈ, ਕਿਸੇ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਹੁੰਦੀ। ਸਿਰਫ ਅਸੀਂ ਇੱਕ ਪ੍ਰੀਕਾਸ਼ਨ ਸੇ ਇੱਕ ਵਾਕਰ ਦਿੰਦੇ ਆ ਤਾਂ ਕਿ ਇੰਨਾ ਚੰਗਾ ਵੱਡਾ ਆਪਰੇਸ਼ਨ ਉਹਨੇ ਕਰਾਇਆ ਕਿਸੇ ਕਾਰਨਵਸ਼ ਗਿਰ ਨਾ ਜਾਏ ਤੇ ਨੁਕਸਾਨ ਨਾ ਹੋ ਜਾਏ। ਨਹੀਂ ਤੇ ਅੱਜਕੱਲ੍ਹ ਜਿਹੜੀ ਤਕਨੀਕ ਆ ਗਈ ਹੈ, ਮਰੀਜ਼ ਬਿਨਾਂ ਵਾਕਰ ਦੇ ਵੀ ਚੱਲ ਸਕਦਾ ਹੈ। ਤੇ ਡਾਕਟਰ ਸੰਜੀਵ, ਨੀ ਰਿਪਲੇਸਮੈਂਟ ਸਰਜਰੀ ਕਿੰਨੀ ਕੁ ਸੁਰੱਖਿਅਤ ਹੈ ਤੇ ਲਾਈਫ ਕਿੰਨੀ ਹੈ ਇਸਦੀ? ਤੇ ਐਵਰੇਜ ਲਾਈਫ 15 ਤੋਂ 20 ਸਾਲ ਹੈਗੀ ਹੈ। ਪਰ ਇੱਕ ਅੱਛਾ ਜੋੜ ਕੀਤਾ, ਜਿਹੜਾ ਜੋੜ ਅੱਛੀ ਤਰ੍ਹਾਂ ਕੀਤਾ ਹੋਇਆ ਹੈ, ਉਹਦੀ ਲਾਈਫ ਵੱਧ ਵੀ ਸਕਦੀ ਹੈ ਅਗਰ ਮਰੀਜ਼ ਉਹਦਾ ਧਿਆਨ ਰੱਖੇ, ਜਿਹੜੀ ਪ੍ਰੀਕਾਸ਼ਨਸ ਉਹਨੂੰ ਉਹਦੇ ਡਾਕਟਰ ਨੇ ਸਮਝਾਈ ਗਈ ਹੈ ਉਹ ਲਏ, ਤੇ ਰੂਟੀਨ ਵਿੱਚ ਆਪਣਾ ਚੈੱਕਅਪ ਕਰਾਉਂਦਾ ਰਹੇ। ਤੇ ਦੂਜੀ ਤੁਸੀਂ ਕਿਹਾ ਕਿ ਸਕਸੈਸ ਰੇਟ ਕਿਤਨਾ ਹੈ, ਇਹਦਾ ਸਕਸੈਸ ਰੇਟ ਬਹੁਤ ਵਧੀਆ ਸਕਸੈਸ ਰੇਟ ਹੈ, ਅਰਾਊਂਡ 98% ਇਹਦਾ ਸਕਸੈਸ ਰੇਟ ਹੈ, ਔਰ ਇਹ ਬਹੁਤ ਹੀ ਅੱਛੀ ਸਰਜਰੀ ਹੈ ਜਿਹਦਾ ਮਰੀਜ਼ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ। ਤੇ ਡਾਕਟਰ ਵਿਕਾਸ, ਮੇਰਾ ਅਹਿਮ ਸਵਾਲ ਹੈ ਤੁਹਾਡੇ ਕੋਲੋਂ ਕਿ ਸਰਜਰੀ ਤੋਂ ਬਾਅਦ ਕਿੰਨਾ ਸਮਾਂ ਰੋਗੀ ਨੂੰ ਬੈੱਡ ਰੈਸਟ ਦੀ ਜ਼ਰੂਰਤ ਹੁੰਦੀ ਹੈ? ਦੇਖੋ, ਇਸ ਤਰ੍ਹਾਂ ਕਿ ਸਭ ਜਦੋਂ ਅਸੀਂ ਰਿਪਲੇਸਮੈਂਟ ਕਰਨੇ ਆ ਤੇ ਬੈੱਡ ਰੈਸਟ ਇਹਦੇ 'ਚ ਸਿਰਫ 24 ਘੰਟੇ ਦਾ ਹੁੰਦਾ ਹੈ। ਉਸ ਤੋਂ ਬਾਅਦ ਮਰੀਜ਼ ਖੜੇ ਹੋ ਜਾਂਦਾ, ਟੱਟੀ ਪਿਸ਼ਾਬ ਆਪਣੇ ਆਪ ਚਲੇ ਜਾਂਦਾ ਹੈ, ਤੇ ਟਾਈਮ ਦੇ ਨਾਲ, ਵਿਆਮ ਨਾਲ, ਐਕਸਰਸਾਈਜ਼ਸ ਨਾਲ ਧੀਰੇ ਧੀਰੇ ਰਿਕਵਰੀ ਹੁੰਦੀ ਰਹਿੰਦੀ ਹੈ। ਤੇ ਹਰ ਮਰੀਜ਼ ਦੇ ਵਿੱਚ ਇੰਡੀਵਿਜੂਅਲਾਈਜ਼ਡ ਹੈ, ਮਤਲਬ ਕਈ ਮਰੀਜ਼ 2 ਹਫ਼ਤੇ 'ਚ ਹੀ ਬਹੁਤ ਵਧੀਆ ਠੀਕ ਮਹਿਸੂਸ ਕਰਦੇ ਨੇ, ਕਈ 3 ਹਫ਼ਤੇ 'ਚ ਮਹਿਸੂਸ ਕਰਦੇ ਨੇ, ਕਈਆਂ ਨੂੰ 3 ਤੋਂ 6 ਮਹੀਨੇ ਵੀ ਲੱਗ ਜਾਂਦੇ ਨੇ। ਪਰ ਅਗਰ ਇਹਦੇ ਮਰੀਜ਼ ਦੇ ਵਿੱਚ ਕੋਈ ਕੰਪਲਿਕੇਸ਼ਨ ਨਹੀਂ ਹੁੰਦੀ ਆਪਰੇਸ਼ਨ ਦੇ ਵਿੱਚ, ਜਿਸ ਤਰ੍ਹਾਂ ਕਿ ਖਾਸ ਕਰ ਸਭ ਤੋਂ ਸਾਨੂੰ ਡਰ ਲੱਗਦਾ ਇਨਫੈਕਸ਼ਨ ਦਾ, ਅਸੀਂ ਉਹਦਾ ਪੂਰਾ ਪਰਹੇਜ਼ ਰੱਖਦੇ ਹਾਂ, ਚੰਗੀ ਤਰ੍ਹਾਂ ਸਫਾਈ ਕਰਨੇ ਆ, ਚੰਗੀ ਤਰ੍ਹਾਂ ਆਪਰੇਸ਼ਨ ਕਰਨੇ ਆ, ਤੇ ਮਰੀਜ਼ 6 ਮਹੀਨੇ ਤੋਂ ਸਾਲ ਦੇ ਵਿੱਚ ਕਰੀਬ ਬਿਲਕੁਲ ਜਿਸ ਤਰ੍ਹਾਂ ਪਹਿਲੇ ਸੀ ਬਿਮਾਰੀ ਤੋਂ, ਜੋ ਉਹਦੀ ਕੰਡੀਸ਼ਨ ਸੀ ਉਸ ਸਥਿਤੀ 'ਚ ਆ ਜਾਂਦਾ ਹੈ। ਕਿਸ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਹੈ ਤੇ ਇਸਦੇ ਕੀ ਮਾਇਨੇ ਨੇ? ਇਨਫੈਕਸ਼ਨ ਵਾਸਤੇ ਇੱਕ ਤਾਂ ਚੰਗੇ ਹਸਪਤਾਲ ਜਾਣਾ ਚਾਹੀਦਾ ਹੈ ਜਿੱਥੇ ਸਫਾਈ ਬੜੀ ਹੋਏ। ਹੁਣ ਅਸੀਂ ਜਿਹੜੇ ਮਰੀਜ਼ ਆਉਂਦੇ ਨੇ ਪਹਿਲੇ 2 ਦਿਨ ਤੋਂ ਪਹਿਲੇ ਹੀ ਗੋਡਾ ਧੁਲਵਾਉਣਾ ਸ਼ੁਰੂ ਕਰ ਦਿੰਦੇ ਹਾਂ। ਉਹਦੇ ਦੇ ਜਿਹੜੇ ਰਿਲੇਟਿਵਸ ਨੇ, ਮਰੀਜ਼ ਦੇ ਜਿਹੜੇ ਅਟੈਂਡੈਂਟ ਨੇ, ਉਹਨਾਂ ਨੂੰ ਕਹਿੰਦੇ ਆ ਕਿ ਘਰ ਦੇ 'ਚ ਸ਼ੁਰੂ ਕਰ ਦਿਓ ਗੋਡੇ ਨੂੰ ਧੋਣਾ ਚੰਗੀ ਤਰ੍ਹਾਂ। ਤੇ ਜਦੋਂ ਮਰੀਜ਼ ਹਸਪਤਾਲ ਵਿੱਚ ਆਉਂਦਾ ਉਸ ਤੋਂ 1 ਦਿਨ ਪਹਿਲੇ ਵੀ ਗੋਡਾ ਚੰਗੀ ਤਰ੍ਹਾਂ ਧੋਨੇ ਆ। ਆਪਰੇਸ਼ਨ ਤੋਂ ਪਹਿਲੇ ਜਿਹੜੀ ਦਵਾਈ ਹੈਗੀ ਲਾਲ ਦਵਾਈ ਜਿਹਨੂੰ ਬੀਟਾਡੀਨ ਕਹਿੰਦੇ ਆ, ਉਹਦੇ ਨਾਲ ਗੋਡੇ ਨੂੰ ਪੇਂਟ ਕਰ ਦਿੰਦੇ ਆ। ਆਪਰੇਸ਼ਨ ਥੀਏਟਰ ਦੇ ਵਿੱਚ ਵੀ ਪੂਰੀ ਅਸੀਂ ਇਹਤਿਆਤ ਵਰਤਨੇ ਆ,
ਚੰਗੇ ਸ਼ੀਟਾਂ ਯੂਜ਼ ਕਰਨੇ ਆ, ਉਬਲੀ ਹੋਈ ਸ਼ੀਟਾਂ ਯੂਜ਼ ਕਰਨੇ ਆ। ਤੇ ਸਾਡੇ ਸੈਂਟਰ ਦੇ ਵਿੱਚ ਹੱਲੇ ਤੱਕ ਇਨਫੈਕਸ਼ਨ ਰੇਟ ਇਜ਼ ਲੈਸ ਦੈਨ 0.05%। ਮਤਲਬ 5-10 ਸਾਲ ਜਾ ਕੇ ਦੇਖਦੇ ਆ, ਉਹ ਵੀ ਕੋਈ ਮਰੀਜ਼ ਜੋ ਬਹੁਤ ਹੀ ਗਲਤ ਕੰਡੀਸ਼ਨ ਇਸ ਜਿਹਨੂੰ ਡਾਇਬਟੀਜ਼ ਬੜੀ ਅਨਕੰਟਰੋਲਡ ਹੈ। ਹਾਲਾਂਕਿ ਕੋਸ਼ਿਸ਼ ਹੁੰਦੀ ਹੈ ਕਿ ਮਰੀਜ਼ ਨੂੰ ਅਸੀਂ ਤਦ ਹੀ ਆਪਰੇਸ਼ਨ ਕਰੀਏ ਜਦ ਉਹਦੇ ਸਾਰੇ ਮੈਡੀਕਲ ਪੈਰਾਮੀਟਰ ਸੈਟਲ ਹੋ ਜਾਣ। ਪਰ ਕਈ ਵਾਰ ਮਰੀਜ਼ ਦਾ ਆਪਰੇਸ਼ਨ ਤੋਂ ਬਾਅਦ ਕਈ ਵਾਰ ਸ਼ੂਗਰ ਵੱਧ ਜਾਂਦੀ ਹੈ। ਉਹ ਬਹੁਤ ਰੇਅਰ ਸਿਚੁਏਸ਼ਨ ਆ। ਹੁਣ ਮਤਲਬ ਮੈਨੂੰ ਯਾਦ ਕਰਨਾ ਪਏਗਾ ਕਿ ਪਿਛਲੀ ਜਿਹੜਾ ਇਨਫੈਕਸ਼ਨ ਕਦੋਂ ਹੋਈ। ਤੇ ਹੁਣ ਬੜੀ ਵਧੀਆ ਟੈਕਨੀਕ ਆ ਗਈ, ਐਡਵਾਂਸਮੈਂਟ ਬੜੀ ਮੈਡੀਕਲ ਸਾਇੰਸ ਦੀ। ਤੇ ਡਾਕਟਰ ਅਵਤਾਰ, ਤੁਸੀਂ ਸਾਨੂੰ ਇਹ ਦੱਸੋ ਕਿ ਸਰਜਰੀ ਤੋਂ ਬਾਅਦ ਪੇਸ਼ੈਂਟ ਕੀ ਆਸਾਨੀ ਨਾਲ ਕੰਮ ਕਰ ਸਕਦੇ ਨੇ, ਤੇ ਜਿਹੀਆਂ ਕੀ ਹਦਾਇਤਾਂ ਦੀ ਤੁਸੀਂ ਸਲਾਹ ਦੋਗੇ ਜਿਨ੍ਹਾਂ ਨੂੰ ਫੋਲੋ ਕਰਨਾ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ? ਬੇਸਿਕਲੀ ਜਿਹੜੀਆਂ ਹਦਾਇਤਾਂ ਨੇ ਨਾ ਜੀ, ਉਹ ਵੇਰੀ ਕਰਦੀਆਂ ਕਿ ਪੇਸ਼ੈਂਟ ਜਿਹੜਾ ਉਹਦੇ ਆਪਰੇਸ਼ਨ ਨੂੰ ਕਿੰਨੇ ਦਿਨ ਹੋਏ ਆ। ਆਪਰੇਸ਼ਨ ਤੋਂ ਇਮੀਡੀਏਟ ਬਾਅਦ ਜਾਂ ਅਗਲੇ ਦਿਨ ਤੋਂ ਪੇਸ਼ੈਂਟ ਨੂੰ ਜਿਹੜਾ ਉਹ ਫਿਜ਼ੀਓਥੈਰੇਪੀ ਜਾਂ ਐਕਸਰਸਾਈਜ਼ ਸਿਖਾਈਆਂ ਜਾਂਦੀਆਂ, ਔਰ ਪੇਸ਼ੈਂਟ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਆਪਣੇ ਪੈਰ ਜਿਹੜੇ ਨੇ ਉਹ ਬਾਰ-ਬਾਰ ਉੱਪਰ ਨੀਚੇ ਹਿਲਾਉਂਦੇ ਰਹਿਣਾ। ਉਹਦਾ ਮਕਸਦ ਇਹ ਹੁੰਦਾ ਕਿ ਮਰੀਜ਼ ਦੀਆਂ ਲੱਤਾਂ ਦੇ ਵਿੱਚ ਖੂਨ ਜਿਹੜਾ ਉਹ ਜਾਮ ਨਾ ਹੋ ਜਾਏ। ਇਹ ਸਭ ਤੋਂ ਇੰਪੋਰਟੈਂਟ ਹਦਾਇਤ ਹੁੰਦੀ ਹੈ। ਦੂਸਰੀ ਗੱਲ ਕਿ ਮਰੀਜ਼ ਠੀਕ ਹੋਣ ਤੋਂ ਬਾਅਦ ਕੀ ਕੰਮ ਕਰ ਸਕਦਾ ਹੈ ਔਰ ਉਹਨੂੰ ਕੀ ਹੋਰ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ। ਮੇਨ ਪ੍ਰੀਕਾਸ਼ਨ ਇਹ ਹੁੰਦੀ ਹੈ ਕਿ ਮਰੀਜ਼ ਨੂੰ ਪੈਰਾਂ ਭਾਰ, ਜਿਸ ਤਰ੍ਹਾਂ ਆਪਾਂ ਜ਼ਮੀਨ 'ਤੇ ਬੈਠਦੇ ਹਾਂ ਖੇਤਾਂ ਦੇ ਵਿੱਚ, ਉਹ ਅਵੋਇਡ ਕਰਨਾ ਚਾਹੀਦਾ, ਕਿਉਂਕਿ ਜ਼ਿਆਦਾ ਜਿੰਨਾ ਅਸੀਂ ਪੈਰਾਂ ਭਾਰ ਬੈਠਾਂਗੇ ਸਾਡੇ ਗੋਡੇ ਜਿਹੜੇ ਨੇ ਉਹ ਜਲਦੀ ਦੁਬਾਰਾ ਘਸ ਜਾਣਗੇ ਜਾਂ ਢਿੱਲੇ ਹੋ ਜਾਣਗੇ। ਬਾਕੀ ਕੰਮ ਦੀ ਗੱਲ ਜਿਹੜੀ ਆ, ਉਹ ਦੁਨੀਆ ਦਾ ਕੋਈ ਵੀ ਕੰਮ ਜਿਹੜਾ ਉਹ ਗੋਡੇ ਬਦਲਣ ਤੋਂ ਬਾਅਦ ਮਰੀਜ਼ ਕਰਵਾ ਸਕਦਾ। ਮਰੀਜ਼ ਖੇਤੀਬਾੜੀ ਕਰ ਸਕਦਾ ਹੈ, ਟਰੈਕਟਰ ਚਲਾ ਸਕਦਾ ਹੈ, ਕਾਰ ਚਲਾ ਸਕਦਾ ਹੈ, ਕੋਈ ਵੀ ਵਹੀਕਲ ਜਿਹੜਾ ਉਹ ਚਲਾ ਸਕਦੇ ਨੇ, ਪੌੜੀਆਂ ਚੜ੍ਹ ਸਕਦੇ ਆ। ਮੇਨ ਸਾਡੇ ਮਰੀਜ਼ਾਂ ਦੀ ਡਿਮਾਂਡ ਹੁੰਦੀ ਹੈ ਕਿ ਕੀ ਮਰੀਜ਼ ਚੌਂਕੜੀ ਮਾਰ ਸਕਦੇ ਨੇ। ਜੇ ਅੱਛੀ ਟੈਕਨੀਕ ਦੇ ਨਾਲ ਅੱਛੇ ਕਿਸਮ ਦੇ ਗੋਡਿਆਂ ਦੇ ਜੋੜ ਪਾਏ ਹੋਣ ਤੇ 90% ਲੋਕ ਜਿਹੜੇ ਨੇ ਉਹ ਚੌਂਕੜੀ ਮਾਰ ਕੇ ਆਰਾਮ ਦੇ ਨਾਲ ਬੈਠ ਸਕਦੇ ਨੇ। ਸੋ ਲਗਾਤਾਰ ਸਟੂਡੀਓ ਦੇ ਵਿੱਚ ਫੋਨ ਕਾਲਸ ਆ ਰਹੇ ਨੇ ਤੇ ਦਰਸ਼ਕ ਆਰਥਰਾਈਟਿਸ ਬਿਮਾਰੀ ਨੂੰ ਲੈ ਕੇ ਕੁਝ ਖਾਸ ਜਾਣਕਾਰੀਆਂ ਮਾਹਰ ਡਾਕਟਰਾਂ ਦੇ ਕੋਲੋਂ ਪੁੱਛਣਾ ਚਾਹੁੰਦੇ ਨੇ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਜਲਦ ਵਾਪਸ ਆਵਾਂਗੇ ਤੇ ਇਹਨਾਂ ਫੋਨ ਕਾਲਸ ਨੂੰ ਅਟੈਂਡ ਕਰਾਂਗੇ। ब्रेक तो बाद साढ़े 7 दर्शकों का एक बार फिर तो स्वागत है। आर्थराइटिस बीमारी ਨੂੰ ਲੈ ਕੇ ਕੁਝ ਖਾਸ ਸਵਾਲ ਨੇ ਸਾਡੇ ਦਰਸ਼ਕਾਂ ਦੇ ਕੋਲ। ਫੋਨ ਲਾਈਨ ਤੇ ਲਗਾਤਾਰ ਕਾਲਸ ਆ ਰਹੀਆਂ ਨੇ, ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਦਰਸ਼ਕ। ਗੱਲ ਕਰਦੇ ਹਾਂ। ਹਾਂਜੀ, ਪੁੱਛੋ ਆਪਣਾ ਸਵਾਲ। ਡਾਕਟਰ ਸਾਹਿਬ, ਮੈਂ ਪੁੱਛਣਾ ਸੀ ਕਿ ਮੇਰਾ 7 ਸਾਲ ਪਹਿਲਾਂ, ਤਕਰੀਬਨ 7 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ, ਜਿਸ ਤੋਂ ਬਾਅਦ ਮੇਰਾ ਜਿਹੜਾ ਗੋਡਾ ਹੈ ਉਹ ਡੀਲੋਕੇਟ ਹੋ ਗਿਆ ਸੀ। ਕਈ ਵਾਰੀ ਮੈਨੂੰ ਬਹੁਤ ਪੇਨ ਮਹਿਸੂਸ ਹੁੰਦਾ ਹੈ, ਜਦੋਂ ਸਰਦੀਆਂ ਹੁੰਦੀਆਂ ਉਦੋਂ ਦਰਦ ਜ਼ਿਆਦਾ ਮਹਿਸੂਸ ਹੁੰਦਾ ਹੈ। ਹੁਣ ਕੀ ਇਹਦੇ ਨਾਲ ਇਨ ਫਿਊਚਰ ਮੈਨੂੰ ਆਰਥਰਾਈਟਿਸ ਹੋਣ ਦਾ ਕੋਈ ਖਤਰਾ ਹੈ, ਕੋਈ ਸੰਭਾਵਨਾ ਹੈ? ਮਤਲਬ ਮੈਂ ਇਹ ਪੁੱਛਣਾ ਚਾਹ ਰਹੀ ਸੀ ਕਿ ਮੈਂ ਕੀ ਇਹਤਿਆਤ ਵਰਤਾਂ ਅੱਗੇ ਲਈ। ਜੀ ਡਾਕਟਰ ਅਵਤਾਰ, ਤੁਸੀਂ ਪਲੀਜ਼ ਜਵਾਬ ਦਿਓ ਇਹਨਾਂ ਦਾ। ਡੈਫੀਨੇਟਲੀ ਜੇ ਤੁਹਾਨੂੰ ਮੇਜਰ ਚੋਟ ਲੱਗੀ ਹੋਈ ਹੈ 7 ਸਾਲ ਪਹਿਲਾਂ ਔਰ ਘੁਟਨਾ ਡਿਸਲੋਕੇਟ ਹੋ ਗਿਆ ਸੀ, ਤਾਂ ਦੇਰ ਆਰ ਡੈਫੀਨੇਟ ਚਾਂਸਸ, ਪੱਕੇ ਚਾਂਸਸ ਹੈਗੇ ਕਿ ਤੁਹਾਨੂੰ ਆਰਥਰਾਈਟਿਸ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਔਰ ਹੋ ਸਕਦਾ ਤੁਹਾਨੂੰ ਗੋਡਾ ਬਦਲਣ ਦੀ ਲੋੜ ਵੀ ਪਵੇ, ਪਰ ਉਹ ਜੋੜ ਬਦਲਣ ਦੇ ਆਪਰੇਸ਼ਨ ਨੂੰ ਲੇਟ ਕਰਨ ਲਈ ਤੁਸੀਂ ਜਿਹੜਾ ਨਾ, ਤੁਹਾਡੇ ਲਈ ਮੇਨ ਜ਼ਰੂਰੀ ਇਹ ਹੈਗਾ ਕਿ ਤੁਸੀਂ ਇੱਕ ਤਾਂ ਰੈਗੂਲਰ ਹਰ 2 ਘੰਟਿਆਂ ਬਾਅਦ ਗੋਡੇ ਦੀ ਐਕਸਰਸਾਈਜ਼ ਕਰੋ, ਔਰ ਦੂਸਰੀ ਇੰਪੋਰਟੈਂਟ ਗੱਲ ਇਹ ਹੈਗੀ ਕਿ ਤੁਸੀਂ ਜ਼ਿਆਦਾ ਚੌਂਕੜੀ ਨਾ ਮਾਰੋ, ਔਰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੋਰ ਹੈ ਉਹ ਇਹ ਹੈ ਕਿ ਤੁਸੀਂ ਆਪਣਾ ਭਾਰ ਨਾ ਵਧਣ ਦਿਓ। ਜੇ ਤੁਹਾਡਾ ਭਾਰ ਜਿਹੜਾ ਹੈ ਉਹ 5 ਕਿਲੋ ਵੱਧ ਗਿਆ ਤੇ ਤੁਹਾਡੇ ਆਰਥਰਾਈਟਿਸ ਦੇ ਚਾਂਸਸ ਜਿਹੜੇ ਨੇ ਉਹ 35% ਵੱਧ ਜਾਣੇ ਨੇ। ਸੋ ਆਪਣਾ ਵਜ਼ਨ ਜਿਹੜਾ ਉਹਨੂੰ ਬਿਲਕੁਲ ਕੰਟਰੋਲ ਦੇ ਵਿੱਚ ਰੱਖੋ, ਐਕਸਰਸਾਈਜ਼ ਰੈਗੂਲਰ ਕਰੋ, ਤਾਂ ਤੁਸੀਂ ਬਹੁਤ ਸਮਾਂ ਜਿਹੜਾ ਆਰਥਰਾਈਟਿਸ ਤੋਂ ਔਰ ਆਪਰੇਸ਼ਨ ਤੋਂ ਬਚ ਸਕਦੇ ਹੋ। ਜੀ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹਾਂਜੀ, ਕੌਣ ਬੋਲ ਰਹੇ ਹੋ? ਮੈਂ ਕਰਨ ਅਰੋੜਾ ਬੋਲ ਰਿਹਾ ਸੀ ਦਿੱਲੀ ਤੋਂ। ਜੀ ਪੁੱਛੋ ਆਪਣਾ ਸਵਾਲ। ਮੈਂ ਆ ਪੁੱਛਣਾ ਚਾਹੁੰਦਾ ਸੀ, ਮੇਰੇ ਵੱਡੇ ਭਾਈ ਨੂੰ ਨੀ ਰਿਪਲੇਸਮੈਂਟ ਦੀ ਸਲਾਹ ਦਿੱਤੀ ਗਈ ਹੈ ਤੇ ਮੈਂ ਜਾਣਨਾ ਚਾਹੁੰਦਾ ਇਸ ਪ੍ਰਕਿਰਿਆ ਨੂੰ ਕਿੰਨਾ ਸਮਾਂ ਲੱਗੇਗਾ ਤੇ ਕਿੰਨੇ ਸਮੇਂ 'ਚ ਉਹ ਆਪਣੇ ਕੰਮ 'ਚ ਸક્ષਮ ਹੋ ਜਾਵੇਗਾ। ਜੀ ਡਾਕਟਰ ਵਿਕਾਸ, ਕੀ ਕਹਿਣਾ ਚਾਹੋਗੇ ਤੁਸੀਂ? ਅਗਰ ਉਹਨੂੰ ਨੀ ਰਿਪਲੇਸਮੈਂਟ ਦੱਸ ਦਿੱਤਾ ਗਿਆ ਤੇ ਬਿਲਕੁਲ ਠੀਕ ਹੋ ਜਾਏਗਾ, ਤੇ ਕਿੰਨੀ ਦੇਰ 'ਚ ਠੀਕ ਹੋਗਾ ਇਹ ਉਸ 'ਤੇ ਨਿਰਭਰ ਕਰੇਗਾ। ਅਗਰ ਡਾਕਟਰ ਦੀ ਸਲਾਹ ਚੰਗੀ ਤਰ੍ਹਾਂ ਮੰਨੇਗਾ, ਵਰਜਿਸ਼ ਟਾਈਮ 'ਤੇ ਕਰੇਗਾ, ਔਰ ਪੂਰਾ ਇੱਕ ਕਹਿੰਦੇ ਨਾ ਜਜ਼ਬਾ ਹੋਣਾ ਚਾਹੀਦਾ ਮਰੀਜ਼ ਨੂੰ ਠੀਕ ਹੋਣ ਵਾਸਤੇ ਕਿ ਮੈਂ ਜਲਦੀ ਠੀਕ ਹੋਣਾ ਹੈ, ਤੇ ਜਲਦੀ ਠੀਕ ਹੋ ਜਾਏਗਾ। ਤੇ ਤੁਸੀਂ ਮੇਰਾ ਪ੍ਰੋਗਰਾਮ ਸੁਣ ਨਹੀਂ ਰਹੇ ਹੋ, ਮੈਂ ਪਹਿਲੇ ਵੀ ਦੱਸਿਆ ਕਿ ਕਈ ਮਰੀਜ਼ 2 ਹਫ਼ਤੇ 'ਚ ਵੀ ਠੀਕ ਹੋ ਜਾਂਦੇ ਨੇ,
ਤੇ ਕਈਆਂ ਨੂੰ 6 ਮਹੀਨੇ ਵੀ ਲੱਗ ਜਾਂਦੇ ਨੇ। ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ, ਕੌਣ ਬੋਲ ਰਹੇ ਹੋ? ਮੈਂ ਰਾਕੇਸ਼ ਬੋਲ ਰਿਹਾ ਜੀ, ਜਲੰਧਰ ਤੋਂ। ਜੀ, ਪੁੱਛੋ ਆਪਣਾ ਸਵਾਲ। ਡਾਕਟਰ ਸਾਹਿਬ, ਮੇਰੀ ਮਦਰ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੈ ਤੇ ਪਿਛਲੇ 3-4 ਸਾਲ ਤੋਂ ਉਹ ਇੱਕ ਆਯੁਰਵੈਦਿਕ ਤੇਲ ਯੂਜ਼ ਕਰ ਰਹੇ ਸੀ। ਸ਼ੁਰੂ 'ਚ ਤਾਂ ਜੀ ਉਹਨਾਂ ਨੂੰ ਥੋੜਾ ਬਹੁਤ ਆਰਾਮ ਮਿਲਦਾ ਸੀ, ਲੇਕਿਨ ਹੁਣ ਉਹ ਤੇਲ ਵੀ ਬਿਲਕੁਲ ਅਸਰ ਕਰਨਾ ਛੱਡ ਗਿਆ ਡਾਕਟਰ ਸਾਹਿਬ। ਤੇ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਮਦਰ ਹੁਣ 10 ਮਿੰਟ ਤੱਕ ਵੀ ਨਹੀਂ ਖੜੇ ਰਹਿ ਸਕਦੇ। ਪਲੀਜ਼ ਸੁਜੈਸਟ ਕਰੋ ਉਹਨਾਂ ਨੂੰ ਕੀ ਕਰਨਾ ਚਾਹੀਦਾ। ਜੀ, ਡਾਕਟਰ ਸੰਜੀਵ ਤੁਹਾਡੀ ਗੱਲ ਦਾ ਜਵਾਬ ਦੇਣਗੇ। ਡਾਕਟਰ ਸੰਜੀਵ, ਪਲੀਜ਼ ਜਵਾਬ ਦਿਓ। ਦੇਖੋ, ਪਹਿਲੀ ਗੱਲ ਤਾਂ ਇਹ ਸੋਚਣੀ ਚਾਹੀਦੀ ਕਿ ਕੋਈ ਵੀ ਤੇਲ ਜਿਹੜਾ ਹੈ, ਕੋਈ ਵੀ ਤੇਲ ਆਰਥਰਾਈਟਿਸ ਨੂੰ ਠੀਕ ਨਹੀਂ ਕਰ ਸਕਦਾ ਹੈ। ਇਹ ਸਭ ਟੈਂਪਰੇਰੀ ਰਿਲੀਫ ਹੁੰਦਾ ਹੈ। ਤੁਸੀਂ ਤੇਲ ਲਗਾ ਲਓ, ਥੋੜੀ ਦੇਰ ਵਾਸਤੇ ਦਰਦ ਕਮ ਹੋ ਜਾਏਗਾ। ਪਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਿਮਾਰੀ ਇਤਨੀ ਐਡਵਾਂਸ ਹੋ ਗਈ ਹੈ ਕਿ ਤੁਸੀਂ ਥੋੜ੍ਹਾ ਜਿਹਾ ਵੀ ਨਹੀਂ ਚੱਲ ਸਕਦੇ ਹੋ, ਤੁਹਾਡੇ ਮਦਰ ਥੋੜ੍ਹਾ ਜਿਹਾ ਵੀ ਨਹੀਂ ਚੱਲ ਸਕਦੇ ਔਰ ਥੋੜ੍ਹਾ ਚੱਲਣ ਤੋਂ ਬਾਅਦ ਉਹਨਾਂ ਨੂੰ ਬੈਠਣਾ ਪੈ ਜਾਂਦਾ ਹੈ। ਤੇ ਇਹ ਸਭ ਸ਼ੋਅ ਕਰਦੇ ਕਿ ਆਰਥਰਾਈਟਿਸ ਜਿਹੜਾ ਕਾਫੀ ਐਡਵਾਂਸ ਸਟੇਜ ਵਿੱਚ ਚਲਾ ਗਿਆ ਹੈ। ਤੁਹਾਨੂੰ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ, ਐਕਸ-ਰੇ ਕਰਾਉਣੇ ਚਾਹੀਦੇ, ਟੈਸਟ ਕਰਾਉਣੇ ਚਾਹੀਦੇ ਔਰ ਉਹਨਾਂ ਦੀ ਐਡਵਾਈਸ ਦੇ ਤਰੀਕੇ ਨਾਲ ਚੱਲਣਾ ਚਾਹੀਦਾ ਤੁਹਾਨੂੰ। ਫਿਲਹਾਲ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੰਨਾ ਹੀ। ਤੇ ਜਾਣ ਤੋਂ ਪਹਿਲਾਂ ਮੈਂ ਡਾਕਟਰ ਸੰਜੀਵ, ਡਾਕਟਰ ਅਵਤਾਰ ਤੇ ਡਾਕਟਰ ਵਿਕਾਸ ਦਾ ਤਹਿ ਦਿਲੋਂ ਧੰਨਵਾਦ ਕਰਾਂਗੀ, ਜਿਨ੍ਹਾਂ ਨੇ ਆਰਥਰਾਈਟਿਸ ਬਿਮਾਰੀ ਦੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ। ਤੇ ਅਗਲੇ ਐਪੀਸੋਡ ਦੇ ਵਿੱਚ ਇੱਕ ਨਵੀਂ ਡਿਸੀਜ਼ ਦੇ ਬਾਰੇ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ।